ਕੌਣ ਹੈਗਾ ਜਿਹੜਾ ਬਾਬਾ ਜੀ ਨੂੰ ਨਹੀਂ ਜਾਣਦਾ ਤੇ ਵੱਡਾ ਇੱਕ ਯੋਗਦਾਨ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਤੇ ਸਿੱਖਿਆ ਦੇ ਖੇਤਰ ਦੇ ਵਿੱਚ। ਸਿੱਖਿਆ ਦੀ ਗੱਲ ਅਸੀਂ ਇਹ ਸੈਸ਼ਨ ਅਸੀਂ ਤਾਂ ਰੱਖਿਆ ਕਿਉਂਕਿ ਜੇ ਮਿਆਰੀ ਸਿੱਖਿਆ ਹਾਸਲ ਹੋਵੇ ਤਾਂ ਬੱਚੇ ਦੇਸ਼ ਦਾ ਉਜਵਲ ਭਵਿੱਖ ਬਣਦੇ ਨੇ। ਲੋੜ ਵੀ ਹੈਗੀ ਆ ਸਮੇਂ ਦੀ। ਤਾਂ ਬਾਬਾ ਜੀ ਸਵਾਗਤ ਹੈ ਤੁਹਾਡਾ ਵੀ। ਤੇ ਦੂਜੇ ਨੰਬਰ ਤੇ ਜੇ ਸਾਡੇ ਪੈਨਲ ਦੇ ਵਿੱਚ ਡਾਕਟਰ ਲਖਬੀਰ ਸਿੰਘ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਨੇ। ਇਹ ਸਿੱਧੇ ਡਾਇਰੈਕਟਲੀ ਪ੍ਰਿੰਸੀਪਲ ਨਹੀਂ ਬਣੇ, ਇਹਨਾਂ ਨੇ ਫੀਲਡ ਦੇ ਵਿੱਚ ਕੰਮ ਕੀਤਾ, ਮਿਹਨਤ ਕੀਤੀ ਹੈਗੀ ਆ, ਮਿਹਨਤ ਕਸ਼ ਢੰਗ ਦੇ ਨਾਲ ਬੱਚਿਆਂ ਨੂੰ ਉਸ ਮੁਕਾਮ ਤੱਕ ਪਹੁੰਚਾਇਆ ਜਿੱਥੇ ਉਹ ਪਹੁੰਚਣ ਦਾ ਸੁਪਨਾ ਦੇਖਦੇ ਸੀਗੇ। ਤਾਂ ਸਵਾਗਤ ਕਰਦੇ ਆ ਡਾਕਟਰ ਲਖਬੀਰ ਸਿੰਘ ਜੀ। ਤਾਂ ਬਾਬਾ ਜੀ ਤੋਂ ਮੈਂ ਸ਼ੁਰੂਆਤ ਕਰਾਂਗਾ। ਬਾਬਾ ਜੀ ਕਿੱਦਾਂ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਦੇਖ ਰਹੇ ਹੋ? ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਪੜ੍ਹ ਰਹੇ ਨੇ, ਉਹ ਕਿਸ ਤਰੀਕੇ ਨਾਲ ਮੇਨਟੇਨ ਕਰਦੇ ਹੋ ਸਾਰਾ ਸਿਸਟਮ? ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੀ, ਔਰ ਨਿਊਜ਼ ਚੈਨਲ ਦਾ ਵੀ ਜਿਨ੍ਹਾਂ ਨੇ ਇਹ ਆਯੋਜਨ ਕੀਤਾ। ਬੜਾ ਮਹੱਤਵਪੂਰਨ ਗੱਲ ਹੈ। ਅਸਲ ਵਿੱਚ ਯੂਨੀਵਰਸਿਟੀਆਂ ਦਾ ਜਿਹੜਾ ਰੋਲ ਹੁੰਦਾ ਹੈ ਉਹ ਬੱਚੇ ਦਾ ਭਵਿੱਖ ਬਣਾਉਣਾ। ਬੱਚੇ ਦਾ ਭਵਿੱਖ ਬਣਾਉਣਾ ਕੇਵਲ ਸਿੱਖਿਆ ਨਹੀਂ ਹੈ, ਕੇਵਲ ਇਹ ਨਹੀਂ ਹੈ ਕਿ ਉਹਨੂੰ ਮਕੈਨੀਕਲ ਇੰਜੀਨੀਅਰਿੰਗ ਪੜ੍ਹਾਤੀ ਜਾਂ ਉਹਨੂੰ ਕੰਪਿਊਟਰ ਸਾਇੰਸ ਪੜ੍ਹਾਤੀ ਜਾਂ ਕੁਝ ਬਣਾਤਾ। ਸੋ ਉਹਨਾਂ ਦੀ ਸਰਵਪੱਖੀ ਵਿਕਾਸ ਜਿਹੜਾ ਹੈ ਉਹ ਯਕੀਨੀ ਬਣਾਉਣਾ ਇੱਕ ਯੂਨੀਵਰਸਿਟੀ ਦਾ ਜਿਹੜਾ ਹੈ ਉਹ ਮੁੱਖ ਉਦੇਸ਼ ਹੁੰਦਾ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ, ਮੈਂ ਉਦਾਹਰਨ ਦੇ ਤੌਰ 'ਤੇ ਦੱਸੂੰਗਾ ਕਿ ਜਦੋਂ ਅਸੀਂ ਯੂਨੀਵਰਸਿਟੀ ਬਣਾਈ 2012 ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਦੂਜੇ ਡਿਪਾਰਟਮੈਂਟ ਤਾਂ ਸ਼ੁਰੂ ਕੀਤੇ, ਇੰਜੀਨੀਅਰਿੰਗ ਸੀ, ਹੌਸਪਿਟੈਲਿਟੀ ਸੀ ਵਗੈਰਾ। ਅਸੀਂ ਦੋ ਮਹੱਤਵਪੂਰਨ ਡਿਪਾਰਟਮੈਂਟ ਸ਼ੁਰੂ ਕੀਤੇ। ਇੱਕ ਸੀਗਾ ਡਿਪਾਰਟਮੈਂਟ ਆਫ ਕੈਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ, ਜਿਹਦੇ 'ਚ ਬੱਚੇ ਨੂੰ ਇਹ ਦੱਸਿਆ ਜਾਵੇ ਕਿ ਭਾਈ ਤੇਰੇ ਲਈ ਕੀ ਕੀ ਪੋਸੀਬਿਲਿਟੀਜ਼ ਹੈਗੀਆਂ ਲਾਈਫ ਦੇ ਵਿੱਚ। ਜਿਵੇਂ ਇਹ ਬਾਹਰ ਜਿਹੜੇ ਲੋਕ ਹੈ ਜਾਂ ਉਹ ਸੋਚਦੇ ਆ ਕਿ ਜੀ ਬਸ ਜਾਂ ਤਾਂ ਨੌਕਰੀ ਮਿਲ ਗਈ ਕੰਪਨੀ 'ਚ ਜਾਂ ਨਹੀਂ ਮਿਲੀ। ਤਾਂ ਅਸੀਂ ਬੱਚਿਆਂ ਨੂੰ ਇਹ ਦੱਸਦੇ ਹਾਂ ਵੀ ਕੇਵਲ ਕੰਪਨੀ ਦੀ ਨੌਕਰੀ ਇਜ਼ ਨਾਟ ਦੀ ਓਨਲੀ ਆਪਸ਼ਨ। ਜੀ ਤੁਹਾਡੇ ਕੋਲ ਇਹ ਆਪਸ਼ਨ ਹੈ, ਤੁਸੀਂ ਐਂਟਰਪ੍ਰੇਨਿਓਰ ਬਣੋ ਔਰ ਬਣ ਕੇ ਤੁਸੀਂ ਆਪ ਐਮਪਲੋਇਰ ਬਣ ਜਾਓ। ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰੋ, ਆਪਣੀ ਇੰਡਸਟਰੀ ਲਾਓ, ਆਪਣਾ ਕੋਈ ਰਿਸਰਚ ਕਰੋ, ਇਨੋਵੇਸ਼ਨ ਕਰੋ, ਨਵੀਂ ਪ੍ਰੋਡਕਟ ਬਣਾਓ। ਤੀਸਰੀ ਆਪਸ਼ਨ ਅਸੀਂ ਬੱਚੇ ਨੂੰ ਇਹ ਕਹਿੰਦੇ ਹਾਂ ਵੀ ਤੇਰੇ ਕੋਲ ਇਹ ਹੈ ਵੀ ਤੂੰ IAS IPS ਜਾ, ਬੈਂਕ ਆਫਿਸਰ ਬਣੋ। ਆਰਮੀ 'ਚ ਜਾਣਾ ਹੈ ਤਾਂ 에ਅਰਫੋਰਸ, ਨੇਵੀ, ਆਰਮਡ ਫੋਰਸਿਸ, ਉਹ NCC ਦੇ ਸਾਰੇ ਵਿੰਗ ਉਹਨਾਂ ਨੂੰ ਮਿਲਣੇ ਚਾਹੀਦੇ ਆ। ਔਰ ਚੌਥਾ ਜਿਹੜਾ ਹੈ ਹਾਇਰ ਐਜੂਕੇਸ਼ਨ ਇੱਕ ਬਹੁਤ ਵੱਡਾ ਖੇਤਰ ਹੈ ਜੀ। ਹਰ ਬੱਚਾ ਜਿਹੜਾ ਉਹ ਗ੍ਰੈਜੂਏਸ਼ਨ ਕਰਕੇ ਬੰਦ ਨਹੀਂ ਕਰਨਾ ਚਾਹੁੰਦਾ, ਕੋਈ ਰਿਸਰਚ ਜਾਣਾ ਚਾਹੁੰਦਾ ਹੈ, ਕੋਈ ਬਾਹਰ ਜਾਣਾ ਚਾਹੁੰਦਾ ਹੈ, ਵਿਦੇਸ਼ਾਂ ਦੇ ਵਿੱਚ ਵੀ ਜਾਣਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਡੇ 1 ਤੋਂ ਇਹ ਫੈਸਲਾ ਕੀਤਾ ਕਿ ਅਸੀਂ ਇਹ ਚਾਰੇ ਆਪਸ਼ਨਸ ਬੱਚਿਆਂ ਨੂੰ ਦੇਣੀ ਹੈ। ਇੱਕ ਤਾਂ ਇਹ ਵਿਕਾਸ ਦਾ ਤਰੀਕਾ ਸੀ। ਦੂਸਰਾ ਜਿਹੜਾ ਅਸੀਂ ਵਿਭਾਗ ਬਣਾਇਆ ਜਿਹੜਾ ਕਿ ਇੱਕ ਵਿਲੱਖਣ ਹੈ, ਬਹੁਤ ਸਾਰੀਆਂ ਯੂਨੀਵਰਸਿਟੀ ਤਾਂ ਹੁੰਦਾ ਹੀ ਨਹੀਂ, ਉਹ ਹੈਗਾ ਮੈਂਟਰਿੰਗ ਐਂਡ ਵੈਲਿਊ ਇਨਕਲਕੇਸ਼ਨ, ਕਿ ਵਿਦਿਆਰਥੀ ਨੂੰ ਸੋਸ਼ਲ, ਮੋਰਲ, ਐਥੀਕਲ ਵੈਲਿਊਜ਼ ਬਾਰੇ ਦੱਸਿਆ ਜਾਵੇ। ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਸ ਕਿਸਮ ਦਾ ਜਿਹੜਾ ਗਿਆਨ ਹੈ ਉਹ ਨਹੀਂ ਹੋ ਸਕਦਾ ਜਾਂ ਹੁੰਦਾ ਨਹੀਂ, ਇਟਸ ਨਾਟ ਅ ਪਾਰਟ ਆਫ ਦੇਅਰ ਸਟਰਕਚਰ। ਤਾਂ ਅਸੀਂ ਉਹਦੇ 'ਚ ਬੱਚਿਆਂ ਨੂੰ ਪਹਿਲੇ 2 ਸਾਲ ਜਿਹੜੇ ਅੰਡਰ ਗ੍ਰੈਜੂਏਟ ਦੇ ਬੱਚੇ ਹੈ 6 ਤੋਂ 8 ਸੈਸ਼ਨ ਉਹਨਾਂ ਦੇ ਲਾਉਣੇ ਆ, ਜਿਹਦੇ 'ਚ ਉਹਨਾਂ ਨਾਲ ਇੰਟਰੈਕਸ਼ਨ ਕੀਤਾ ਜਾਂਦਾ ਵੀ ਸਮਾਜਿਕ ਕਦਰਾਂ ਕੀਮਤਾਂ ਕੀ ਨੇ ਜੀ, ਦੇਸ਼ ਜਾਂ ਨੈਸ਼ਨਲਿਜ਼ਮ ਕੀ ਹੈ, ਰਾਸ਼ਟਰਵਾਦ ਕੀ ਹੁੰਦਾ ਹੈ, ਤੁਸੀਂ ਆਪਣੇ ਪਰਿਵਾਰ 'ਚ ਕਿਵੇਂ ਵਿਚਰਨਾ ਹੈ, ਜਿਵੇਂ ਜ਼ਿੰਦਗੀ ਕਿਵੇਂ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਸਾਡਾ ਵਿਜ਼ਨ ਵੀ ਬਣਾਇਆ ਹੋਇਆ ਉਹਦੇ 'ਚ ਅਸੀਂ ਲਿਖਿਆ ਕਿ ਅਸੀਂ ਰਿਸਰਚ, ਇਨੋਵੇਸ਼ਨ ਤੇ ਐਂਟਰਪ੍ਰੀਨਰਸ਼ਿਪ ਨੂੰ ਪ੍ਰਮੋਟ ਕਰਾਂਗੇ। ਨਾਲ ਹੀ ਅਸੀਂ ਸਮਾਜਿਕ ਜ਼ਿੰਮੇਵਾਰੀ ਵਾਲੇ ਪ੍ਰੋਫੈਸ਼ਨਲ ਲੀਡਰ ਪੈਦਾ ਕਰਾਂਗੇ। ਸਮਾਜਿਕ ਜ਼ਿੰਮੇਵਾਰੀ ਪਹਿਲਾਂ ਰੱਖੀ। ਸੋ ਮੈਂ ਸਮਝਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇਹ ਆਪਣੇ 'ਤੇ ਜ਼ਿੰਮੇਵਾਰੀ ਲਈ ਕਿ ਜਿਹੜਾ ਵੀ ਬੱਚਾ ਸਾਡੇ ਕੋਲੇ ਆਉਂਦਾ ਹੈ, ਔਰ ਸਾਨੂੰ ਪਹਿਲਾਂ ਤੋਂ ਹੀ ਸਾਡਾ ਵਿਜ਼ਨ ਸੀਗਾ ਕਿ ਅਸੀਂ ਪੂਰੇ ਦੇਸ਼ 'ਚੋਂ ਬੱਚੇ ਲੈਣੇ। ਔਰ ਮੈਂ ਸਾਰਿਆਂ ਨਾਲ ਬਹੁਤ ਖੁਸ਼ੀ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਵਿਸ਼ਵ ਵਿਦਿਆਲੇ ਕੋਲੇ ਇਸ ਵੇਲੇ ਭਾਰਤ ਦੇ 28 ਦੇ 28 ਰਾਜਾਂ ਤੋਂ, 8 ਦੇ 8 ਕੇਂਦਰੀ ਪ੍ਰਸ਼ਾਸਿਤ ਰਾਜਾਂ ਤੋਂ ਔਰ ਲਗਭਗ 54 ਵਿਦੇਸ਼ਾਂ ਤੋਂ ਬੱਚੇ ਪੜ੍ਹਦੇ ਆ। ਔਰ ਬਹੁਤੇ ਬੱਚੇ ਜਿੱਦਾਂ ਹੁਣ ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਸਾਊਥ 'ਚੋਂ, ਉਹ ਕਈ ਵਾਰੀ ਪਿੰਡਾਂ 'ਚੋਂ ਆਉਂਦੇ ਆ। ਆਪਣੇ ਆਪ ਦੇ ਵਿੱਚ ਵੱਡੀ ਉਪਲਬਧੀ ਆ ਜੀ। ਤੁਸੀਂ ਇਹ ਗੱਲ ਕਹਿਤੀ, ਸੁਣਨ ਦੇ ਵਿੱਚ ਬੜੀ ਸੌਖੀ ਲੱਗਦੀ ਆ, ਕਈ ਥਾਵਾਂ ਤੇ ਬੱਚਿਆਂ ਤੇ ਸਖਤੀ ਵੀ ਦਿਖਾਉਣੀ ਪੈਂਦੀ ਆ। ਬਿਲਕੁਲ ਜੀ, ਉਹ ਜ਼ਰੂਰ ਦੱਸੋ। ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ, ਔਰ ਮੇਰੇ ਵਿਦਿਆਰਥੀ ਕੁਝ ਬੈਠੇ ਵੀ ਹੈ ਇੱਥੇ, ਕਿ ਜੀਵਨ ਦੇ ਵਿੱਚ ਡਿਸਿਪਲਿਨ ਤੋਂ ਬਿਨਾਂ ਨਹੀਂ ਚੱਲਦਾ ਜੀ। ਭਾਵੇਂ ਤੁਸੀਂ ਵੱਡੇ ਤੋਂ ਵੱਡੀ ਇੰਡਸਟਰੀ ਚਲੇ ਜਾਓ, ਤੁਹਾਨੂੰ ਡਿਸਿਪਲਿਨ ਫਾਲੋ ਕਰਨਾ ਪੜੇਗਾ।
ਅਗਰ ਤੁਸੀਂ ਵਿਸ਼ਵ ਦੇ ਮਹਾਨ ਵਿਅਕਤੀਆਂ ਦੀ ਗੱਲ ਕਰੋ, ਕੋਈ ਵੀ ਜੀ ਭਾਵੇਂ ਫਰੀडम ਫਾਈਟਰ ਸੀ ਸਾਡੇ, ਜਾਂ ਅੱਜ ਦੇ ਵੀ, ਭਾਵੇਂ ਪ੍ਰਧਾਨ ਮੰਤਰੀ ਮੋਦੀ ਜੀ ਹੈ, ਰਾਸ਼ਟਰਪਤੀ ਰਹੇ, ਪਹਿਲੇ ਪ੍ਰਧਾਨ ਮੰਤਰੀ ਰਹੇ, ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰ ਲੈਂਦੇ, ਕਿਸੇ ਦੀ ਵੀ, ਇਹਨਾਂ ਸਾਰਿਆਂ 'ਚ 2-3 ਗੁਣ ਉਹ ਕਾਮਨ ਹੈ। ਸਭ ਤੋਂ ਵੱਡਾ ਗੁਣ ਹੈ ਕਿ ਇਹ ਸਾਰੇ ਬਹੁਤ ਹਾਈਲੀ ਡਿਸਪਲਿਨਡ ਲੋਕ ਹੈ। ਇਹ ਆਪਣੇ ਜੀਵਨ ਨੂੰ ਪੂਰੇ ਦਾ ਪੂਰਾ ਪਲਾਨ ਕਰਕੇ ਚੱਲਦੇ ਆ ਜੀ। ਇਨਡਿਸਪਲਿਨ ਨਾਲ ਜ਼ਿੰਦਗੀ ਨਹੀਂ ਚੱਲ ਸਕਦੀ। ਦੂਜੀ ਗੱਲ ਹੈ ਕਿ ਇਹ ਸਾਰੇ ਬਹੁਤ ਕਮਿਟਡ ਹੈ ਜੀ। ਇਹ ਆਪਣਾ 100% ਨਹੀਂ ਦਿੰਦੇ, ਕਿਉਂਕਿ ਸਾਡਾ 100% ਬੜੀ ਛੇਤੀ ਆ ਜਾਂਦਾ, ਅਸੀਂ ਬੜੀ ਛੇਤੀ ਸੈਟੀਸਫਾਈ ਹੋ ਜਾਂਦੇ ਹਾਂ ਜੀ, ਬਸ ਹੋ ਗਿਆ ਜੀ, ਮੈਂ ਤਾਂ ਬਸ ਜੋ ਅਚੀਵ ਕਰ ਸਕਦਾ ਇਦੋਂ ਅੱਗੇ ਨਹੀਂ ਜਾ ਸਕਦਾ ਜੀ। ਸੋ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਦੇ ਗਿਵ देयर 130%। ਉਹ ਜਿੰਨਾ ਉਹਨਾਂ 'ਚ ਕਪੈਸਿਟੀ, ਉਹ ਆਪਣੇ ਆਪ ਨੂੰ ਚੈਲੰਜ ਕਰਦੇ ਰਹਿੰਦੇ ਆ ਹਮੇਸ਼ਾ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨਾਂ ਦੇ ਵਿੱਚ ਇਹ ਜਿਹੀਆਂ ਜਿਹੜੀਆਂ ਕਦਰਾਂ ਕੀਮਤਾਂ ਹੈ ਜੀ, ਉਹਨੂੰ ਵਿਕਸਿਤ ਕੀਤਾ ਜਾਵੇ, ਕਿਉਂਕਿ ਬੇਸਿਕਲੀ ਮੇਰਾ ਇਹ ਮੰਨਣਾ ਹੈ ਕਿ ਸਾਰੇ ਦੇ ਸਾਰੇ ਨੌਜਵਾਨ ਹੋਣਹਾਰ ਹੁੰਦੇ ਆ, ਹੁਨਰਮੰਦ ਹੁੰਦੇ ਆ। ਕੁਦਰਤ ਨੇ, ਪਰਮਾਤਮਾ ਨੇ ਕਿਸੇ ਨੂੰ ਬਿਨਾਂ ਹੁਨਰ ਦੇ ਜਾਂ ਕਿਸੇ ਗੁਣ ਦੇ ਨਹੀਂ ਪੈਦਾ ਕੀਤਾ ਜੀ। ਅਗਰ ਉਹ ਫੇਲਿਅਰ ਹੁੰਦਾ ਤਾਂ ਉਹ ਇੰਸਟੀਟਿਊਸ਼ਨ ਦਾ ਫੇਲਿਅਰ ਹੁੰਦਾ ਹੈ ਕਿ ਇੰਸਟੀਟਿਊਸ਼ਨ ਨਹੀਂ ਕਰਦੀ। ਇੱਕ ਦੋ ਐਗਜ਼ਾਮਪਲਾਂ ਹੋਰ ਦੇਣੀਆਂ ਚਾਹੂੰਗਾ ਕਿ ਇਹਦੇ 'ਚ ਬੱਚਿਆਂ ਨੇ ਜੋ ਸਾਨੂੰ ਹੁੰਗਾਰਾ ਮਿਲਿਆ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਇਮੈਜਿਨ ਨਹੀਂ ਕਰ ਸਕਦੇ ਸੀ ਜੀ। ਇਸ ਵੇਲੇ ਚੰਡੀਗੜ੍ਹ ਯੂਨੀਵਰਸਿਟੀ ਦੇ 2000 ਤੋਂ ਵਧੇਰੇ ਪੇਟੈਂਟ ਹੈ। ਕੀ ਬਾਤ ਹੈ। ਇੱਕ ਐਸਾ ਬੱਚਾ ਵੀ ਹੈ ਜਿਹਦੇ 80 ਪੇਟੈਂਟ ਹੈ ਇੱਕ ਬੱਚੇ ਦੇ। ਵਾਓ। ਤੁਸੀਂ ਦੱਸੋ ਵੀ ਇਹੋ ਜਿਹੀ ਚੀਜ਼ ਜਿਹੜੀ ਹੈ ਸੰਭਵ ਹੀ ਨਹੀਂ ਸਾਨੂੰ ਲੱਗਦੀ ਸੀ ਕਦੇ, ਪਰ ਇਹ ਬੱਚੇ ਜਿਹੜੇ ਹੈ ਇਹਨਾਂ ਦੇ ਵਿੱਚ ਇੰਨੇ ਮੈਂ ਸਮਝਦਾ ਕਿ ਖਮਤਾ ਹੈ, ਇੰਨੀ ਸ਼ਕਤੀ ਹੈ, ਇੰਨੇ ਮੈਂ ਕਹਿੰਦਾ ਕਿ ਪ੍ਰਤਿਭਾ ਹੈ ਕਿ ਕੁਝ ਵੀ ਕਰ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਹੈਗਾ, ਆਖਰਕਾਰ ਬੱਚੇ ਨੂੰ ਜਾਂ ਉਹਦੇ ਮਾਪਿਆਂ ਨੂੰ ਪਤਾ ਕਿਵੇਂ ਲੱਗੇ ਕਿ ਹਾਂ ਇਹ ਵੱਡਾ ਹੋ ਕੇ ਕੀ ਬਣੇਗਾ ਬੱਚਾ? ਦੇਖੋ ਇਹਦੇ 'ਚ ਨਾ ਮੈਨੂੰ ਲੱਗਦਾ ਹੈ ਕਿ ਬੱਚੇ ਦੀ ਰੁਚੀ ਜਿਹੜੀ ਹੈ ਉਹਦੇ ਵੱਲ ਖਾਸਾ ਧਿਆਨ ਦੇਣਾ ਚਾਹੀਦਾ। ਇਹ ਸਕੂਲਾਂ ਦੇ ਲੈਵਲ ਤੋਂ ਹੀ ਇਹ ਦੇਖਣਾ ਚਾਹੀਦਾ ਕਿ ਬੱਚਾ ਕਿਸ ਕੰਮ ਦੇ ਵਿੱਚ, ਕਿਸ ਰੁਚੀ ਦੇ ਵਿੱਚ ਜ਼ਿਆਦਾ ਉਹ ਇੰਟਰਸਟ ਰੱਖਦਾ, ਦਿਲਚਸਪੀ ਹੈ ਉਹਦੀ ਜੀ। ਪਰ ਇਹਦੇ ਨਾਲ ਨਾਲ ਸਕੂਲਾਂ ਦੇ ਵਿੱਚ ਜਿਹੜੀ ਚੀਜ਼ ਦੀ ਕਮੀ ਰਹੀ ਹੈ ਜੀ, ਉਹ ਇਹ ਹੈ ਕਿ ਅੱਜ ਤੁਸੀਂ ਦੇਖੋਗੇ ਕਿ ਜਿੰਨੇ ਇੰਜੀਨੀਅਰਿੰਗ ਕਾਲਜ ਆ, ਮੇਰੇ ਸਾਥੀ ਪ੍ਰਿੰਸੀਪਲ ਸਾਹਿਬ ਬੈਠੇ ਇੱਥੇ ਫਤਿਹਗੜ੍ਹ ਸਾਹਿਬ ਦੇ, ਤੋਂ ਇਹ ਮੇਰੇ ਨਾਲ ਐਗਰੀ ਕਰਨਗੇ ਕਿ ਇੱਕ ਮੈਥਮੈਟਿਕਸ ਤੋਂ ਡਰ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਗਿਆ ਜੀ। ਇੱਕ ਦੂਸਰਾ, ਉਹ ਭਾਸ਼ਾਵਾਂ ਦੇ ਵਿੱਚ ਨਿਪੁੰਨ ਨਹੀਂ ਹੈ, ਕਿਸੇ ਵੀ ਭਾਸ਼ਾ 'ਚ ਨਿਪੁੰਨ ਨਹੀਂ ਹੈ। ਹੁਣ ਜਿਹੜਾ ਵੀ ਬੱਚਾ ਇੱਕ ਵੀ ਭਾਸ਼ਾ 'ਚ ਨਿਪੁੰਨ ਨਹੀਂ ਹੈ, ਆਪਾਂ ਕਿਵੇਂ ਇਹ ਵਿਸ਼ਵਾਸ ਕਰਦੇ ਜਾਂ ਕਿਵੇਂ ਇਹ ਸੋਚ ਸਕਦੇ ਹਾਂ ਕਿ ਉਹ ਜੀਵਨ ਦੇ ਵਿੱਚ ਬਹੁਤ ਕਾਮਯਾਬ ਹੋਊਗਾ? ਮੈਂ ਇਹ ਤਾਂ ਮੰਨਦਾ ਕਿ ਗਿਆਨ ਕਿਸੇ ਵੀ ਇੱਕ ਭਾਸ਼ਾ ਦੇ ਵਿੱਚ ਨਹੀਂ ਹੈ, ਗਿਆਨ ਸਾਰੀਆਂ ਭਾਸ਼ਾਵਾਂ 'ਚ ਹੈ। ਬਿਲਕੁਲ। ਸੋ ਮੇਰਾ ਇਹ ਮੰਨਣਾ ਹੈ ਕਿ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣ ਬੱਚੇ ਨੂੰ, ਉਨਾ ਜ਼ਿਆਦਾ ਉਹ ਜੀਵਨ ਦੇ ਵਿੱਚ ਕਾਮਯਾਬ ਹੋਊਗਾ। ਸੈਕੰਡਲੀ, ਜਿੰਨਾ ਮੈਥਮੈਟਿਕਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਕੋਈ ਵੀ ਖੇਤਰ ਹੈ, ਤੋਂ ਨਵੀਂ ਸਿੱਖਿਆ ਨੀਤੀ ਜਿਹੜੀ ਹੈ, ਮੈਂ ਉਹਦਾ ਬੜਾ ਵੱਡਾ ਪ੍ਰਸ਼ੰਸਕ ਹਾਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਹਿਲੇ 5 ਸਾਲ ਬੱਚੇ ਨੂੰ ਕੇਵਲ 3 ਭਾਸ਼ਾਵਾਂ ਤੇ ਅਰਥਮੈਟਿਕ ਪੜਾਇਆ ਜਾਊਗਾ, ਮੈਥਮੈਟਿਕਸ। ਉਹਦੇ 'ਚ ਉਹਨਾਂ ਨੇ ਇੱਕ ਵਰਡ ਨਵਾਂ ਕੀਤਾ, ਨਿਊਮਰੇਸੀ, ਲਾਈਕ ਯੂ ਨੋ ਇਟਸ ਲਿਟਰੇਸੀ। ਲਿਟਰੇਸੀ ਦੇ ਨਾਲ ਉਹਨਾਂ ਕਹਿੰਦੇ ਨਿਊਮਰੇਸੀ ਜੀ। ਤੋਂ ਮੈਨੂੰ ਲੱਗਦਾ ਕਿ ਮਾਤਾ ਪਿਤਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ, ਭਾਵੇਂ ਸਕੂਲ ਦੇ ਵਿੱਚ ਕਮੀ ਪੇਸ਼ੀ ਵੀ ਰਵੇ, ਕਿਉਂਕਿ ਸਾਰੇ ਪਬਲਿਕ ਸਕੂਲਾਂ ਜਾਂ ਬਹੁਤ ਚੰਗੇ ਸਕੂਲਾਂ 'ਚ ਪਹੁੰਚ ਨਹੀਂ ਕਰ ਸਕਦੇ ਜੀ। ਤੋਂ ਇਹ ਮਾਤਾ ਪਿਤਾ ਦਾ ਰੋਲ ਹੈ ਕਿ ਬੱਚੇ ਦੀ ਰੁਚੀ ਦੇਖਣ, ਬੱਚੇ ਨੂੰ ਘੱਟੋ ਘੱਟ ਭਾਸ਼ਾਵਾਂ ਦੇ ਵਿੱਚ ਨਿਪੁੰਨ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਨ, ਤਾਂ ਜੋ ਉਹ ਜੀਵਨ ਦੇ 'ਚ ਉਹਦੇ ਸਫਲਤਾ ਦੇ ਜਿਹੜੇ ਚਾਂਸਸ ਹੈ, ਸਫਲਤਾ ਦੇ ਜਿਹੜੇ ਪੋਸਿਬਿਲਿਟੀਜ਼ ਆ, ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ। ਬਿਲਕੁਲ ਬਿਲਕੁਲ। ਡਾਕਟਰ ਲਖਬੀਰ ਸਿੰਘ, ਅਸੀਂ ਗੱਲ ਕੀਤੀ ਸੀਗੀ, ਤੁਸੀਂ ਵੀ ਗੱਲ ਕੀਤੀ ਸੀਗੀ, ਜ਼ਿਕਰ ਕੀਤਾ ਸੀਗਾ ਕਿ ਸਖਤੀ ਦਾ ਜ਼ਿਕਰ ਕੀਤਾ ਸੀਗਾ। ਡਾਕਟਰ ਸਾਹਿਬ, ਤੁਸੀਂ ਇੰਜੀਨੀਅਰਿੰਗ ਕਾਲਜ ਦੇ ਨਾਲ ਤੁਸੀਂ ਆਰਮਡ ਫੋਰਸ ਅਕੈਡਮੀ ਵੀ ਸਾਂਭ ਰਹੇ ਹੋ, ਤਾਂ ਤੁਸੀਂ ਵੀ ਬੱਚਿਆਂ ਤੇ ਡਿਸਪਲਿਨ ਨੂੰ ਲੈ ਕੇ ਕਾਫੀ ਸਖਤੀ ਦਿਖਾਉਂਦੇ ਹੋਵੋਗੇ, ਮਜਬੂਰੀ ਹੈਗੀ ਆ, ਪਰੰਤੂ ਬੱਚਿਆਂ ਨੂੰ ਲੈ ਕੇ ਤੁਹਾਡੀ ਧਾਰਨਾ ਕੀ ਹੈਗੀ ਆ? ਕਿਉਂਕਿ ਅੱਜ ਕੱਲ੍ਹ ਬੱਚਿਆਂ ਤੇ ਪੱਛਮੀ ਸੱਭਿਆਚਾਰ ਵੀ ਹਾਵੀ ਹੁੰਦਾ ਜਾ ਰਿਹਾ, ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਜਾਂ ਬੱਚੇ ਕਿੱਦਾਂ ਲੈਂਦੇ ਨੇ ਤੇ ਉਹਨਾਂ ਦੇ ਪੇਰੈਂਟਸ ਕਿਸ ਤਰੀਕੇ ਨਾਲ ਉਹਨਾਂ ਨੂੰ ਰੋਕ ਸਕਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਸਾਰਿਆਂ ਨਾਲ ਇਹ ਨਿਊਜ਼ ਚੈਨਲ ਤੇ ਡਾਇਰੈਕਟ ਕਰਨ ਦਾ ਸਮਾਂ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ 55 ਤੋਂ ਜ਼ਿਆਦਾ ਸਕੂਲ ਤੇ 35 ਕਾਲਜ ਚਲਾ ਰਿਹਾ, ਜਿਹਦੇ ਵਿੱਚ 2 ਇੰਜੀਨੀਅਰਿੰਗ ਕਾਲਜ ਨੇ। ਉਹਨਾਂ ਦੇ ਵਿੱਚੋਂ ਇੱਕ ਇੰਜੀਨੀਅਰਿੰਗ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 1993 ਦੇ ਵਿੱਚ ਸ਼ੁਰੂ ਕੀਤਾ ਗਿਆ, ਤਾਂ ਕਿ ਪੰਜਾਬ ਤੇ ਦੇਸ਼ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਾਈ ਜਾਵੇ। 1993 ਦੇ ਵਿੱਚ ਜਦੋਂ ਇਹ ਕਾਲਜ ਸ਼ੁਰੂ ਕੀਤਾ ਗਿਆ ਤੇ ਇਸ ਕਾਲਜ ਦੇ ਵਿੱਚ 70% ਪੇਂਡੂ ਨੌਜਵਾਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ,
ਜਿਨ੍ਹਾਂ ਦਾ ਮੇਨ ਮਕਸਦ ਇਹ ਸੀ ਕਿ ਉਹਨਾਂ ਦੇ ਵਿੱਚ એનર્ਜੀ ਬਹੁਤ ਹੁੰਦੀ ਆ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਬੱਚਿਆਂ ਦੀ ਰੁਚੀ ਕਿੱਦਾਂ ਦੇਖੀ ਜਾਵੇ, ਉੱਥੇ ਜ਼ਿਆਦਾ ਅਪਰਚੂਨਿਟੀਜ਼ ਨਹੀਂ ਹੁੰਦੀਆਂ ਕਿ ਬੱਚਿਆਂ ਨੂੰ ਉਹਨਾਂ ਦੀ ਰੁਚੀ ਬਾਰੇ ਜਾਗਰੂਕ ਕੀਤਾ ਜਾਵੇ। ਤੇ ਪਿੰਡਾਂ ਦੇ ਬੱਚੇ ਜਦੋਂ ਨਾਨ ਮੈਡੀਕਲ ਕਰਕੇ ਇੱਥੋਂ ਇੰਜੀਨੀਅਰਿੰਗ ਕਰਕੇ, ਹੁਣ ਇਸ ਟਾਈਮ ਮੈਨੂੰ ਇਹ ਦੱਸਣ 'ਚ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪੜ੍ਹੇ ਹੋਏ ਬੱਚੇ IPS, IAS, PCS, ਇੰਡੀਅਨ ਰੇਲਵੇਜ਼, ਇੰਡੀਅਨ 에ਅਰ ਫੋਰਸ, ਆਰਮੀ, ਮਰਚੈਂਟ ਨੇਵੀ, ਤੇ ਇਸ ਤੋਂ ਬਿਨਾਂ ਵਿਦੇਸ਼ਾਂ ਦੇ ਵਿੱਚ ਵੀ ਬੋਇੰਗ, IBM ਤੇ ਹੋਰ ਨਾਮੀ ਕੰਪਨੀਆਂ ਦੇ ਵਿੱਚ ਸੀਨੀਅਰ ਮੈਨੇਜਰ, ਈਵਨ ਵਾਈਸ ਪ੍ਰੈਜ਼ੀਡੈਂਟ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਨੇ। ਤੇ ਇਹਨਾਂ ਦੇ ਇੰਨੇ ਉੱਚ ਅਹੁਦਿਆਂ ਤੇ ਪਹੁੰਚਣ ਦੇ ਮਗਰ ਜੋ ਤਾਕਤ ਕੰਮ ਕਰ ਰਹੀ ਆ ਉਹ ਸਰ ਡਿਸਪਲਿਨ ਆ। ਜੋ ਅਸੀਂ ਕਾਲਜ ਦੇ ਵਿੱਚ ਆਪਣੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਓਰੀਐਂਟੇਸ਼ਨ ਪ੍ਰੋਗਰਾਮ ਕਰਕੇ ਅਸੀਂ ਡਿਸਪਲਿਨ ਬਾਰੇ ਸਿਖਾਇਆ ਜਾਂਦਾ ਜੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਉਹ ਸ਼ਹੀਦਾਂ ਦੀ ਧਰਤੀ ਤੇ, ਜਿੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ 7 ਤੇ 9 ਸਾਲ ਦੀ ਉਮਰ 'ਚ, ਤੇ ਮਾਤਾ ਗੁਜਰ ਕੌਰ ਜੀ ਨੇ 85 ਸਾਲ ਤੋਂ ਵਡੇਰੀ ਉਮਰ 'ਚ ਸ਼ਹੀਦੀ ਦਿੱਤੀ। ਉਹਨਾਂ ਨੇ ਜੋ ਸ਼ਹੀਦੀ ਦਿੱਤੀ, ਉਹਨਾਂ ਨੇ ਵੀ ਸਾਡੇ ਸਮਾਜ ਨੂੰ ਇੱਕ ਡਿਸਪਲਿਨਡ ਲਾਈਫ ਸਿਖਾਈ ਕਿ ਜੋ ਅਸੀਂ ਆਪਣਾ ਧਰਮ ਜਾਂ ਅਸੂਲਾਂ ਤੇ ਆ ਉਹਨਾਂ ਤੇ ਪੱਕੇ ਰਹਾਂਗੇ ਤੇ ਪੱਕੇ ਰਹਿ ਕੇ ਅਸੀਂ ਸਮਾਜ ਦੀ ਸੇਧ ਦੇਵਾਂਗੇ। ਤੇ ਉੱਥੇ ਅਸੀਂ ਜਦੋਂ ਦੇਖਦੇ ਹਾਂ ਸਾਰੇ ਧਰਮਾਂ ਦੇ ਲੋਕ ਦਸੰਬਰ 'ਚ ਆਉਂਦੇ ਨੇ ਤੇ ਉਹਨਾਂ ਨੇ ਜੋ ਸਮਾਜ ਨੂੰ ਡਿਸਪਲਿਨ ਰੱਖ ਕੇ ਸੇਧ ਦਿੱਤੀ ਤੇ ਉਹ ਇੱਕ ਐਗਜ਼ਾਮਪਲ ਆ। ਇਸ ਤਰ੍ਹਾਂ ਮੈਂ ਸਰ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ 2016 ਦੇ ਵਿੱਚ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸ ਅਕੈਡਮੀ ਜਦੋਂ ਸ਼ੁਰੂ ਕੀਤੀ, ਉਹਦੇ ਵਿੱਚ ਵੀ ਖਾਸ ਕਰ ਕੈਡਿਟਸ ਨੂੰ ਡਿਸਪਲਿਨ ਰੱਖ ਕੇ ਇਹ ਸਿਖਾਇਆ ਜਾਂਦਾ ਤੇ ਉਹ ਤਿਆਰ ਹੋ ਕੇ ਹੁਣ ਆਪਣੇ ਇੰਡੀਅਨ ਆਰਮੀ ਦੇ ਵਿੱਚ ਸੇਵਾ ਵੀ ਕਰ ਰਹੇ ਨੇ। ਤੇ ਇਸ ਦੇ ਨਾਲ ਮੈਂ ਦੱਸਾਂਗਾ ਕਿਸੇ ਵੀ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਡਿਸਪਲਿਨ ਇੱਕ ਮੁੱਖ ਭੂਮਿਕਾ ਨਿਭਾਉਂਦਾ। ਜੇ ਕਿਸੇ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਡਿਸਪਲਿਨ ਨਹੀਂ ਹੋਏਗਾ ਤਾਂ ਉੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਡਿਗਰੀ ਲੈ ਸਕਦੇ ਆ, ਲੇਕਿਨ ਉਹ ਸਮਾਜ ਦੀ ਸੇਵਾ ਡਿਸਪਲਿਨ 'ਚ ਰਹਿ ਕੇ ਜਾਂ ਕਰਪਸ਼ਨ ਤੋਂ ਬਿਨਾਂ ਨਹੀਂ ਕਰ ਸਕਦੇ। ਡਾਕਟਰ ਲਖਬੀਰ ਜੀ, ਕਿਤੇ ਕਿਤੇ ਮਾਪੇ ਪੜ੍ਹਾਉਣਾ ਚਾਹੁੰਦੇ ਨੇ ਪਰੰਤੂ ਮਿਡਲ ਕਲਾਸ ਜਾਂ ਲੋ ਕਲਾਸ ਫੈਮਿਲੀ ਤੋਂ ਬਿਲੋਂਗ ਕਰਨ ਕਾਰਨ ਉਹ ਨਹੀਂ ਫੀਸਾਂ ਭਰਾ ਸਕਦੇ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਯੋਗਦਾਨ ਹੈਗਾ? ਸਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰਸਟ ਜੋ ਉਹਨਾਂ ਦੇ ਅੰਡਰ ਚੱਲ ਰਿਹਾ, ਇਹ ਮਿਲ ਕੇ ਇਹਨਾਂ ਵਿਦਿਆਰਥੀਆਂ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਜ਼ ਰੱਖੀਆਂ ਹੋਈਆਂ ਨੇ। ਜਿਸ ਤਰ੍ਹਾਂ ਜਿਹੜੇ ਮੈਰੀਟੋਰੀਅਸ ਸਟੂਡੈਂਟਸ ਨੇ ਉਹਨਾਂ ਲਈ ਵੀ ਸਕੀਮਜ਼ ਨੇ ਜਿਹਦੇ ਵਿੱਚ ਉਹਨਾਂ ਦੇ ਮਾਰਕਸ ਦੇ ਬੇਸ ਤੇ ਦਿੱਤਾ ਜਾਂਦਾ। ਇਸ ਦੇ ਨਾਲ ਨਾਲ ਸਾਡੇ ਉੱਥੇ ਜੇ ਕੋਈ ਫਾਦਰਲੈਸ ਸਟੂਡੈਂਟ ਆ, ਲੋ ਇਨਕਮ ਸਟੂਡੈਂਟਸ ਨੇ, ਇਸ ਤੋਂ ਬਿਨਾਂ ਜੇ ਕੋਈ ਮੈਡਲ ਪ੍ਰਾਪਤ ਕਰਦੇ ਆ, ਸਾਰੇ ਵਿਦਿਆਰਥੀਆਂ ਲਈ ਅਲੱਗ-ਅਲੱਗ ਤਰ੍ਹਾਂ ਦੀ ਸਕਾਲਰਸ਼ਿਪ ਰੱਖੀ ਜਾਂਦੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਆ ਤਾਂ ਕਿ ਉਹ ਆਪਣੀ ਪੜ੍ਹਾਈ ਕੰਪਲੀਟ ਕਰ ਸਕਣ। ਤੇ ਇਸ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਵਿਦਿਆਰਥੀਆਂ ਲਈ ਸਪੈਸ਼ਲਾਈਜ਼ਡ ਕੋਰਸ ਵੀ ਕਰਵਾਏ ਜਾਂਦੇ ਹਨ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੀ ਨੌਕਰੀ ਪ੍ਰਾਪਤ ਕਰ ਸਕਣ। ਤੇ ਵੈਸੇ ਤਾਂ ਅਸੀਂ ਸਾਰੇ ਵਿਦਿਆਰਥੀਆਂ ਲਈ ਉਹ ਕਰਾਉਂਦੇ ਆ, ਲੇਕਿਨ ਜਿਹੜੇ ਗਰੀਬ ਵਿਦਿਆਰਥੀ ਹੁੰਦੇ ਆ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਤਾਂ ਕਿ ਉਹਨਾਂ ਲਈ ਜ਼ਰੂਰਤ ਦੂਸਰਿਆਂ ਤੋਂ ਜ਼ਿਆਦਾ ਹੁੰਦੀ ਆ। ਇਸ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੇ ਕੁਝ ਵਿਦਿਆਰਥੀ ਨੇ ਜਿਹੜੇ ਉਹ ਨੌਕਰੀ ਦੇ ਨਾਲ ਨਾਲ, ਜਿੱਦਾਂ ਡਾਕਟਰ ਸਾਹਿਬ ਬਾਬਾ ਜੀ ਨੇ ਵੀ ਦੱਸਿਆ ਕਿ ਐਂਟਰਪ੍ਰੇਨਿਓਰ ਨੇ ਤੇ ਹੋਰ ਖੇਤਰਾਂ 'ਚ ਸੇਵਾ ਕਰ ਰਹੇ ਨੇ। ਸਾਡਾ ਇੱਕ ਪੜ੍ਹਿਆ ਹੋਇਆ ਵਿਦਿਆਰਥੀ, ਮੈਂ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ, ਐਗਜ਼ਾਮਪਲ 'ਚ ਤਾਂ ਬਹੁਤ ਨੇ। ਫਾਲਕਨ ਗਾਰਡਨ ਟੂਲ ਬਾਰੇ ਤੁਸੀਂ ਸੁਣਿਆ ਹੋਵੇਗਾ, ਲੁਧਿਆਣੇ ਦੀ ਇੰਡਸਟਰੀ ਆ ਜਿਨ੍ਹਾਂ ਦੇ ਇੰਪਲੀਮੈਂਟਸ ਐਕਸਪੋਰਟ ਵੀ ਕੀਤੇ ਜਾਂਦੇ ਹਨ। ਉਹ ਵੀ ਇੱਕ ਸਾਡੇ ਵਿਦਿਆਰਥੀ ਕਨਵਰ ਸਾਹਿਬ ਸਿੰਘ ਦੀ ਹੈ ਜਿਨ੍ਹਾਂ ਨੇ ਹੁਣ 4 ਯੂਨਿਟ ਲਾਏ ਨੇ ਜਿਹੜੇ ਟੋਟਲੀ ਆਟੋਮੇਟਡ ਨੇ। ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ, ਸਾਰੀਆਂ ਨੂੰ ਨਹੀਂ ਅਸੀਂ ਸ਼ੇਅਰ ਕਰ ਸਕਦੇ। ਡਾਕਟਰ ਬਾਬਾ ਜੀ, ਐਗਜ਼ਾਮਪਲ ਦੀ ਅਸੀਂ ਗੱਲ ਕੀਤੀ ਹੈ, ਸਤਨਾਮ ਸੰਧੂ ਜਿਹੜੇ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ, ਉਹਨਾਂ ਨੇ ਯੰਗ ਏਜ ਦੇ ਵਿੱਚ ਵੱਡੇ ਰਿਕਾਰਡ ਕਾਇਮ ਕੀਤੇ ਨੇ। ਉਹ ਵੀ ਐਗਜ਼ਾਮਪਲ ਹੈਗੇ ਨੇ ਸਾਰੇ ਬੱਚਿਆਂ ਵਾਸਤੇ। ਐਕਚੁਅਲੀ ਜੀ ਮੇਰਾ ਖਿਆਲ ਹੈ ਕਿ ਉਹ ਆਪਣੇ ਆਪ ਦੀ ਇੱਕ ਲਾਜਵਾਬ ਮਿਸਾਲ ਹੈ, ਉਹਦਾ ਕੋਈ ਉਦਾਹਰਣ ਹੀ ਨਹੀਂ ਹੈ। ਸ਼ਾਇਦ ਬਹੁਤੇ ਸਾਥੀਆਂ ਨੂੰ ਪਤਾ ਨਹੀਂ ਹੋਏਗਾ, ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਮਹੱਤਵਪੂਰਨ ਵਿਸ਼ਾ ਜਿਹੜਾ ਉਹ ਛੇੜਿਆ ਹੈ ਕਿ ਸੰਧੂ ਸਾਹਿਬ ਐਸੇ ਪਿੰਡ ਚੋਂ ਨੂੰ ਬਿਲੋਂਗ ਕਰਦੇ ਆ ਜਿਸ ਦੇ ਵਿੱਚ ਸਕੂਲ ਨਹੀਂ ਸੀ। ਉਹ ਪ੍ਰਾਇਮਰੀ ਸਕੂਲ ਵੀ 5 ਕਿਲੋਮੀਟਰ ਤੁਰ ਕੇ ਜਾਂਦੇ ਸੀ ਪ੍ਰਾਇਮਰੀ ਸਕੂਲ ਪੜ੍ਹਨ ਲਈ।
ਹੁਣ ਉਹ ਆਪਣੇ ਪਿੰਡ ਦੇ ਸਕੂਲ ਨੂੰ ਉਹ ਪੂਰੀ ਤਰ੍ਹਾਂ ਸੰਭਾਲ ਰਹੇ ਆ ਜੀ। ਉਹਨੂੰ ਸਪੋਰਟ ਕਰ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ, ਮਾਸਟਰਸ ਡਿਗਰੀ ਕੀਤੀ ਤੇ ਉਹਨਾਂ ਨੇ ਕਈ ਥਾਂ ਤੇ ਅੱਛਾ, ਮਤਲਬ ਉਹ ਯਾਦ ਕਾਇਮ ਰਹੇ। ਹਾਂ, ਯਾਦ ਵੀ ਕਾਇਮ ਰਹੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਕੀ ਕਰਨਾ ਚਾਹੀਦਾ। ਜੀ। ਮੈਨੂੰ ਇਹ ਕਹਿਣ 'ਚ ਕੋਈ ਹਿਚਕਿਚਾਹਟ ਨਹੀਂ ਹੈ ਕਿ ਉਹਨਾਂ ਦਾ ਪਹੁੰਚ ਵੀ ਸੀ ਸਿਆਸਤ ਵਿੱਚ ਵੀ, ਪਰ ਉਹ ਉਹਨਾਂ ਨੇ ਇਹ ਦੇਖਿਆ ਕਿ ਉਹ ਇੱਕ ਐਸਾ ਸਮਾਂ ਸੀ 90s ਦਾ, ਭਾਰਤ ਦੇ ਵਿੱਚ ਆਪਣੇ ਨਾਰਥ ਦੀ ਗੱਲ ਕਰੀਏ, ਅੱਜ ਤੁਸੀਂ ਮੋਹਾਲੀ ਸੰਮੇਲਨ ਕੀਤਾ ਜੀ। ਉਹਦੇ ਲਈ ਇਹ ਬੜਾ ਮਹੱਤਵਪੂਰਨ ਮੁੱਦਾ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਉੱਤਰੀ ਭਾਰਤ ਚੋਂ ਮੈਜੋਰਟੀ ਬੱਚੇ ਸਾਊਥ ਵਿੱਚ ਪੜ੍ਹਨ ਜਾਂਦੇ ਸੀ ਇੰਜੀਨੀਅਰਿੰਗ ਤੇ ਮੈਡੀਸਿਨ ਦੀ ਡਿਗਰੀ। ਜੀ। ਉੱਥੋਂ ਦੇ ਜਿਹੜੇ ਕਾਲਜ ਸੀਗੇ ਉਹਨਾਂ ਦੇ ਵਿੱਚ ਕਈ ਕਾਲਜਾਂ ਦੇ ਵਿੱਚ 60% 70% ਵਿਦਿਆਰਥੀ ਪੰਜਾਬ ਦੇ ਹੁੰਦੇ ਸੀ, ਨਾਰਥ ਦੇ ਬੱਚੇ ਉੱਥੇ ਜਾਂਦੇ ਸੀ। ਤੋਂ ਉਹਨਾਂ ਨੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਉਸ ਵੇਲੇ ਜਦ ਕਿ ਉਹਨਾਂ ਦੀ ਉਮਰ 30 ਸਾਲ ਤੋਂ ਵੀ ਘੱਟ ਸੀ, ਜੀ, ਲਾਂਡਰਾਂ ਦਾ ਕੈਂਪਸ ਜਿਹੜਾ ਉਹ ਸ਼ੁਰੂ ਕੀਤਾ ਔਰ ਲਾਂਡਰਾਂ ਦੇ ਕੈਂਪਸ ਵਿੱਚ ਵੀ ਉਹ ਇਹ ਦੱਸਦੇ ਆਪ ਕਿ ਮੈਂ ਜਦੋਂ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਵਿਚਾਰ ਮਨ 'ਚ ਆਏ ਵੀ ਪਤਾ ਨਹੀਂ ਚੱਲੂਗਾ ਕਿ ਨਹੀਂ ਚੱਲੂਗਾ। ਹੀ ਸਟਾਰਟਡ ਵਿਦ 150 ਸਟੂਡੈਂਟਸ, BCA ਔਰ MCA ਤੋਂ ਸ਼ੁਰੂ ਕੀਤਾ, ਛੋਟਾ ਜਿਹਾ ਕੈਂਪਸ। ਪਰ ਉਹਨਾਂ ਨੇ ਜੋ ਕੀਤਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਬਿਲਕੁਲ। ਦੋ ਗੱਲਾਂ, ਇੱਕ ਕਿ ਕਿਸੇ ਦੀ ਕਾਪੀ ਨਹੀਂ ਕੀਤੀ ਕਿ ਫਲਾਣਾ ਇਸ ਤਰ੍ਹਾਂ ਚੱਲ ਰਿਹਾ ਇਸ ਕਰਕੇ ਮੈਂ ਉਸ ਤਰ੍ਹਾਂ ਦਾ ਕਾਲਜ ਬਣਾਉਣਾ ਹੈ। ਬਿਲਕੁਲ। ਨੰਬਰ 2, ਉਹਨਾਂ ਨੇ ਪਹਿਲਾਂ ਸਟੱਡੀ ਕੀਤਾ ਕਿ ਸਾਊਥ ਦੇ ਵਿੱਚ ਜਿੱਥੇ ਪ੍ਰਾਈਵੇਟ ਕਾਲਜ ਚੱਲ ਰਹੇ ਹੈ ਉਹ ਕਿੱਦਾਂ ਚੱਲ ਰਹੇ ਹੈ, ਕਰਨਾਟਕਾ ਦੇ, ਤਮਿਲਨਾਡੂ ਦੇ, ਆਪ ਸਟੱਡੀ ਕੀਤੇ ਔਰ ਉਹਦੇ ਨਾਲੋਂ ਬਿਹਤਰ ਮਾਡਲ ਇੱਥੇ ਕ੍ਰੀਏਟ ਕੀਤਾ ਉਹ। ਔਰ ਮੈਨੂੰ ਇਹ ਵੀ ਗੱਲ 'ਚ ਬਹੁਤ ਫਖਰ ਹੈ ਕਿਉਂਕਿ ਅਸੀਂ ਉਹ ਲੈਗੇਸੀ ਅਸੀਂ ਜੀ ਰਹੇ ਹਾਂ ਇੱਥੇ। ਚੰਡੀਗੜ੍ਹ ਯੂਨੀਵਰਸਿਟੀ ਦੀ ਲੈਗੇਸੀ ਉਹੀ ਹੈ ਲਾਂਡਰਾਂ ਵਾਲੀ, ਕਿ ਇੱਕ ਐਸਾ ਕਾਲਜ ਬਣ ਗਿਆ ਜਿਹੜਾ ਕਿ ਪੂਰੇ ਪੰਜਾਬ ਦਾ ਹੀ ਨਹੀਂ, ਪੂਰੇ ਨਾਰਥਰਨ ਇੰਡੀਆ ਦਾ ਘੱਟੋ ਘੱਟ ਇੱਕ ਹੱਬ ਬਣ ਗਿਆ ਜਿੱਥੇ ਸਭ ਤੋਂ ਜ਼ਿਆਦਾ ਕੰਪਨੀਆਂ ਆਉਂਦੀਆਂ ਸੀ। ਉਹੀ ਲੈਗੇਸੀ ਅਸੀਂ ਇੱਥੇ ਜਾਰੀ ਰੱਖੀ ਹੈ। ਪਿਛਲੇ ਸਾਲ 900 ਤੋਂ ਵਧੇਰੇ ਕੰਪਨੀਆਂ ਸਾਡੇ ਯੂਨੀਵਰਸਿਟੀ 'ਚ ਆਈਆਂ ਜੀ। ਸੋ ਇਹ ਸੰਧੂ ਸਾਹਿਬ ਦਾ ਹੀ ਕਮਾਲ ਸੀ। ਔਰ ਫਿਰ ਦੇਖੋ ਉਹਨਾਂ ਨੇ ਉਹ ਕਾਲਜ ਚੱਲ ਗਿਆ, ਕਾਲਜ ਬੜਾ ਵਧੀਆ ਚੱਲਦਾ ਰਿਹਾ 2001 ਤੋਂ ਲੈ ਕੇ 2011 ਤੱਕ ਜੀ। ਉਹਨਾਂ ਦੇ ਮਨ 'ਚ ਇਹ ਸੀ ਵੀ ਉਸ ਕਾਲਜ ਦੇ ਵਿੱਚ ਇੱਕ ਲਿਮਿਟੇਸ਼ਨ ਸੀ ਬਹੁਤ ਵੱਡੀ ਜੀ। ਉਹ ਲਿਮਿਟੇਸ਼ਨ ਇਹ ਸੀ ਕਿ ਤੁਸੀਂ ਆਪਣਾ ਸਿਲੇਬਸ ਨਹੀਂ ਬਦਲ ਸਕਦੇ। ਤੁਸੀਂ PTU ਦਾ ਵਾਲਾ ਸਿਲੇਬਸ ਲਓਗੇ ਜਾਂ ਪੰਜਾਬੀ ਯੂਨੀਵਰਸਿਟੀ ਵਾਲਾ ਸਿਲੇਬਸ ਲਓਗੇ ਜਾਂ ਪੰਜਾਬ ਯੂਨੀਵਰਸਿਟੀ ਦਾ, ਤਾਂ ਉਹ ਸਿਲੇਬਸ ਫਿਰ ਯੂਨੀਵਰਸਿਟੀ ਦੀ ਮਰਜ਼ੀ ਨਾਲ ਬਦਲਿਆ ਜਾ ਸਕਦਾ ਹੈ ਜਾਂ ਕੁਝ ਕੀਤਾ ਜਾ ਸਕਦਾ, ਤੁਸੀਂ ਨਵਾਂ ਕੋਰਸ ਵੀ ਨਹੀਂ ਸ਼ੁਰੂ ਕਰ ਸਕਦੇ। ਤਾਂ ਉਹਨਾਂ ਦੇ ਮਨ 'ਚ ਆਇਆ ਕਿ ਇੱਕ ਯੂਨੀਵਰਸਿਟੀ ਬਣਾਉਣੀ ਚਾਹੀਦੀ ਹੈ, ਇੱਕ ਵਿਲੱਖਣ ਯੂਨੀਵਰਸਿਟੀ। ਔਰ ਉਹਨਾਂ ਨੇ ਐਂਟਰਪ੍ਰੀਨਰਸ਼ਿਪ ਦਾ ਇੱਕ ਹੋਰ ਮਿਸਾਲ ਹੈ ਕਿ ਉਹਨਾਂ ਨੇ ਜਦੋਂ ਨਾਂ ਮੰਗਿਆ ਚੰਡੀਗੜ੍ਹ ਯੂਨੀਵਰਸਿਟੀ ਤਾਂ ਉਹਦੀ ਬਹੁਤ ਆਪੋਜੀਸ਼ਨ ਹੋਈ। ਮੇਰੇ ਖਿਆਲ ਤੁਸੀਂ ਸਾਰੇ ਸਮਝ ਸਕਦੇ ਹੋ, ਕਾਰਨ ਬੜੇ ਸਾਰੇ ਹੁੰਦੇ ਆ। ਤਾਂ ਸੁਜੈਸ਼ਨ ਦਿੱਤਾ ਗਿਆ ਕਿ ਜੀ ਤੁਸੀਂ ਆਪਣੇ ਨਾਂ ਤੇ ਯੂਨੀਵਰਸਿਟੀ ਸ਼ੁਰੂ ਕਰ ਲਓ ਜਿੱਦਾਂ ਬਾਕੀਆਂ ਨੇ ਕੀਤੀ ਹੈ, ਤੁਸੀਂ ਆਪਣੇ ਇਸ ਕਾਸਟ ਦੇ ਨਾਂ ਤੇ ਯੂਨੀਵਰਸਿਟੀ ਸ਼ੁਰੂ ਕਰ ਲਓ। ਤਾਂ ਉਹਨਾਂ ਨੇ ਇਹ ਕਿਹਾ ਉਹਨਾਂ ਨੂੰ ਕਿ ਮੈਂ ਯੂਨੀਵਰਸਿਟੀ ਬੱਚਿਆਂ ਲਈ ਬਣਾ ਰਿਹਾ, ਬੱਚਿਆਂ ਨੂੰ ਮੇਰੇ ਨਾਂ ਨਾਲ ਕੋਈ ਲਗਾਵ ਨਹੀਂ ਹੋਏਗਾ। ਵਿਸ਼ਵ ਭਰ ਦੇ ਵਿੱਚ ਔਰ ਭਾਰਤ 'ਚ ਵੀ ਜਿਹੜੀਆਂ ਓਰੀਜਨਲ ਯੂਨੀਵਰਸਿਟੀਜ਼ ਹੈ, ਜਿਹੜੀਆਂ ਟੌਪ ਯੂਨੀਵਰਸਿਟੀਜ਼ ਹੈ, ਦੇ ਆਰ ਇਨ ਦੀ ਨੇਮ ਆਫ ਸਿਟੀਜ਼। ਤੁਸੀਂ ਦੇਖ ਲਓ, ਕੈਲਕਟਾ ਯੂਨੀਵਰਸਿਟੀ ਹੈ, ਬੰਬੇ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਮਦਰਾਸ ਹੈ, BHU ਹੈ, ਸਾਰੀਆਂ। ਵਰਲਡ ਓਵਰ ਦੇਖ ਲਓ, ਹਾਰਵਰਡ ਯੂਨੀਵਰਸਿਟੀ ਹੈ, ਸਟੈਨਫੋਰਡ ਹੈ, ਦੂਜੀਆਂ। ਤਾਂ ਉਹ ਕਹਿੰਦੇ ਵੀ ਮੈਂ ਤਾਂ ਚੰਡੀਗੜ੍ਹ ਯੂਨੀਵਰਸਿਟੀ ਹੀ ਨਾਂ ਰੱਖਣਾ ਹੈ। ਹੀ ਫੌਟ ਫॉर ਇਟ ਫॉर 2 years। ਤਾਂ ਮਨ 'ਚ ਜਿਹੜੀ ਇੱਛਾ ਸੀ ਉਹ ਸੀ ਐਕਸੈਲ ਕਰਨ ਦੀ, ਸਮਥਿੰਗ ਡਿਫਰੈਂਟ। ਇਹ ਮੈਂ ਸਮਝਦਾ ਕਿ ਐਂਟਰਪ੍ਰੀਨਰਸ਼ਿਪ ਦਾ ਲਾਜਵਾਬ ਮਿਸਾਲ ਹੈ ਇਹ। ਔਰ ਉਸੇ ਲੈਗੇਸੀ ਨੂੰ ਅੱਗੇ ਲੈ ਕੇ ਅਸੀਂ ਚੱਲੇ ਹਾਂ। ਸਾਰੇ ਮੇਰੇ ਸਾਥੀ ਇੱਥੇ ਬੈਠੇ ਆ, ਅਧਿਆਪਕ ਵੀ, ਸਟੂਡੈਂਟ ਵੀ, ਹੋਰ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਜੁੜੇ ਹੋਏ ਆ, ਮੇਰੇ ਖਿਆਲ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇੱਕ ਵਿਲੱਖਣ ਯੂਨੀਵਰਸਿਟੀ ਹੈ। ਬਿਲਕੁਲ। ਇਹਦੇ ਨਾਲ ਨਾਲ ਉਹਨਾਂ ਨੇ ਜਿਹੜੀਆਂ ਕਮੀਆਂ ਫੇਸ ਕੀਤੀਆਂ ਜਾਂ ਜਿਹੜੀਆਂ ਬੱਚਿਆਂ ਨੇ ਫੇਸ ਕਰ ਰਹੇ ਆ, ਤੁਸੀਂ ਜਿਹੜਾ ਪਹਿਲਾਂ ਇੱਕ ਬੜਾ ਮਹੱਤਵਪੂਰਨ ਸਵਾਲ ਰੇਜ਼ ਕੀਤਾ ਸੀ ਕਿ ਜਿਹੜੇ ਬੱਚੇ ਪੜ੍ਹ ਨਹੀਂ ਸਕਦੇ, ਮੈਂ ਬਹੁਤ ਖੁਸ਼ੀ ਤੇ ਮਾਣ ਨਾਲ ਇਹ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ। ਆਈ ਜਸਟ ਟੇਕ 1 more minute ਕਿ ਆਲੇ ਦੁਆਲੇ ਦੇ ਅਸੀਂ ਪਹਿਲਾਂ 4 ਪਿੰਡ ਅਡਾਪਟ ਕੀਤੇ, ਹੁਣ 6 ਪਿੰਡ ਅਡਾਪਟ ਕੀਤੇ। ਉਹਨਾਂ ਦੇ ਸਕੂਲ ਅਡਾਪਟ ਕੀਤੇ ਹੋਏ ਆ, ਉਹਨਾਂ ਦੇ ਟੌਪਰਸ ਨੂੰ ਅਸੀਂ ਪੜ੍ਹਾਉਂਦੇ ਆ। ਉਹਨਾਂ ਦੇ ਸਕੂਲਾਂ ਦੀ ਅਪਲਿਫਟਮੈਂਟ, ਉਹਨਾਂ ਦੀਆਂ ਕੰਧਾਂ ਤੇ ਗ੍ਰਾਫਿਟੀ ਬਣਾਉਣ ਲਈ ਤਾਂ ਕਿ ਬੱਚੇ ਅਟਰੈਕਟ ਹੋਣ, ਸਕੂਲ ਜਾਣ, ਇਹ ਸਾਰਾ ਕੁਝ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ, ਕੇਵਲ ਇਸ ਸਾਲ, ਅਸੀਂ 60 ਕਰੋੜ ਰੁਪਏ ਦੇ ਸਕਾਲਰਸ਼ਿਪ ਦੇਣ ਜਾ ਰਹੇ ਹਾਂ। ਕੀ ਬਾਤ ਹੈ। ਇੱਕ ਐਸੀ ਯੂਨੀਵਰਸਿਟੀ ਜਿਹਦੇ ਵਿੱਚ ਅਗੇਨ ਕਿਸੇ ਦੀ ਰਿਫਲੈਕਸ਼ਨ ਨਹੀਂ ਹੈ, ਪਰ ਆਮ ਕਰਕੇ ਜਿੰਨੇ ਵਿਸ਼ਵ ਵਿਦਿਆਲਾ ਤੁਸੀਂ ਕਿਸੇ ਦੀ ਐਡਵਰਟਾਈਜ਼ਮੈਂਟ ਦੇਖੋਗੇ ਉਹ ਸਾਰੇ ਕਹਿੰਦੇ ਆ ਜੀ ਅਸੀਂ ਅਪ ਟੂ 100% ਸਕਾਲਰਸ਼ਿਪ ਦਿੰਦੇ ਆ ਔਨ ਟਿਊਸ਼ਨ ਫੀ। ਜਿਹੜੀ ਟਿਊਸ਼ਨ ਫੀ ਹੁੰਦੀ ਹੈ ਉਹ ਕੁੱਲ ਫੀਸ ਦਾ 40% ਹੁੰਦਾ ਜਾਂ 50% ਹੁੰਦਾ। ਇਹ ਚੰਡੀਗੜ੍ਹ ਯੂਨੀਵਰਸਿਟੀ ਮੈਂ ਸਮਝਦਾ ਕੇਵਲ ਇੱਕ ਆਪਣੀ ਤਰ੍ਹਾਂ ਦੀ ਯੂਨੀਵਰਸਿਟੀ ਹੈ
ਜਿਹੜੀ ਸਕਾਲਰਸ਼ਿਪ ਦਿੰਦੀ ਹੈ ਪੂਰੀ ਫੀਸ ਤੇ, ਆਪਣੇ ਆਪ ਦੇ ਪੂਰੀ ਵਿੱਚ- academic fees ਬਿਲਕੁਲ, ਦੇ ਉੱਤੇ ਬਿਲਕੁਲ। scholarship ਦਿੱਤੀ। ਡਾਕਟਰ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਹੋਏਗਾ ਇਹ, ਇੱਕ ਸ਼ਾਰਟ ਦੇ ਵਿੱਚ, ਸਮਾਂ ਵੀ ਬਹੁਤ ਘੱਟ ਹੈ, ਹੋਰ ਜੀ। ਡਿਗਨਿਟਰੀਜ਼ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚ ਚੁੱਕੀ ਜੀ, ਹੈ। ਮੰਤਵ ਕੀ ਹੈਗਾ? ਦੇਖੋ ਜੀ, ਮੰਤਵ ਇਹ ਹੈ ਕਿ ਭਾਰਤ ਦਾ ਹਰ ਨੌਜਵਾਨ ਜਿਹੜਾ ਪੜ੍ਹਨਾ ਚਾਹੁੰਦਾ ਹੈ, ਜਿਹਦੇ 'ਚ ਹੁਨਰ ਹੈ, ਜਿਹਦੇ ਵਿੱਚ ਯੋਗਤਾ ਹੈ, ਉਹਨੂੰ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ। ਨੰਬਰ 2, ਅਗਰ ਸਾਰੇ ਐਕਸੈਲ ਕਰਨਗੇ ਤਾਂ ਹੀ ਦੇਸ਼ ਐਕਸੈਲ ਕਰੂਗਾ। ਸੋ ਹਰ ਚੀਜ਼ ਇੱਥੇ ਹੋਊਗੀ ਜਿਹੜੀ ਉਹ ਐਕਸੈਲ ਕਰਨ ਵਾਲੀ ਹੋਊਗੀ, ਐਕਸਲੈਂਟ ਹੋਣੀ ਚਾਹੀਦੀ ਹੈ। ਤੀਸਰਾ ਮਕਸਦ ਇਹ ਹੈ ਕਿ ਅਸੀਂ ਯੋਗਦਾਨ ਪਾਵਾਂਗੇ ਦੋ ਚੀਜ਼ਾਂ 'ਚ। ਇੱਕ, ਭਾਰਤ ਨੂੰ ਮੁੜ ਕੇ ਵਿਸ਼ਵ ਗੁਰੂ ਬਣਾਉਣ 'ਚ, ਬੈਸਟ ਹੱਬ ਬਣਾਉਣ 'ਚ, ਕਿ ਹਰ ਬੱਚਾ, ਮੈਂ ਜਿੱਦਾਂ ਦੱਸਿਆ 54 ਦੇਸ਼ਾਂ ਦੇ ਬੱਚੇ ਆਲਰੇਡੀ ਆ ਰਹੇ ਆ। ਸਾਡਾ ਟੀਚਾ ਹੈ ਕਿ 100 ਦੇਸ਼ ਦਾ ਬੱਚਾ ਇਸ ਯੂਨੀਵਰਸਿਟੀ 'ਚ ਪੜ੍ਹੇ। ਔਰ ਚੌਥਾ ਜਿਹੜਾ ਆਖਰੀ, ਉਹ ਇਹ ਹੈ ਕਿ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਦਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਔਰ ਭਾਰਤ ਸਰਕਾਰ ਨੇ ਟੀਚਾ ਉਠਾਇਆ, ਉਹਦਾ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ, ਅੰਡਰ ਡਿਵੈਲਪਿੰਗ ਕੰਟਰੀ ਦੇ ਵਿੱਚ ਵੀ ਪਹੁੰਚਾਇਆ ਜਾਵੇ। ਔਰ ਮੈਂ ਬਹੁਤ ਖੁਸ਼ੀ ਨਾਲ ਦੱਸਣਾ ਚਾਹੁੰਦਾ, ਸ਼ਾਇਦ ਇਹ ਗੱਲ ਅਨਬਿਲੀਵੇਬਲ ਹੋਏਗੀ, ਕਿ ਅਸੀਂ 11 ਐਮਬੈਸੀਆਂ ਨਾਲ MOU ਸਾਈਨ ਕੀਤਾ ਹੈ, ਉੱਥੋਂ ਦੇ ਲੋਕਾਂ ਨੂੰ ਟ੍ਰੇਨ ਕਰਨ ਲਈ, ਉਹਨਾਂ ਦੇ ਟੀਚਰ ਨੂੰ ਟ੍ਰੇਨ ਕਰਨ ਲਈ, ਉਹਨਾਂ ਦੇ ਯੂਨੀਵਰਸਿਟੀ ਨੂੰ ਟ੍ਰੇਨ ਕਰਨ ਲਈ। ਕੀ ਬਾਤ ਹੈ ਜੀ, ਬਹੁਤ ਸੁਲਝੇ ਹੋਏ ਢੰਗ ਦੇ ਨਾਲ ਕੱਲੀ ਕੱਲੀ ਚੀਜ਼ ਨੂੰ ਜਿਸ ਤਰੀਕੇ ਨਾਲ ਇੱਕ ਮਾਲਾ ਦੇ ਵਿੱਚ ਮੋਤੀਆਂ ਨੂੰ ਪਰੋਇਆ ਜਾਂਦਾ, ਉਸ ਤਰੀਕੇ ਨਾਲ ਤੁਸੀਂ ਪਰੋਇਆ। ਧੰਨਵਾਦ ਕਰਦੇ ਹਾਂ ਬਾਬਾ ਜੀ ਤੁਹਾਡਾ ਵੀ, ਤੇ ਪ੍ਰਿੰਸੀਪਲ ਜਿਹੜੇ ਡਾਕਟਰ ਲਖਬੀਰ ਸਿੰਘ ਜੀ